ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਮਰਦਾਸ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਵਾਰ ਭਾਈ ਪਾਰੋ ਲਾਲੋ ਖਾਨ ਛੁਰਾ, ਦੀਪਾ ਮਲੂ ਸ਼ਾਹੀ ਅਤੇ ਕਿਦਾਰੀ ਆਦਿਕ ਸਿੱਖ ਪਿੰਡ ਡੱਲੇ ਦੇ ਗੁਰੂ ਘਰ ਦੇ ਬਹੁਤ ਪ੍ਰੇਮੀ ਹੋਏ ਹਨ, ਜਿਨ੍ਹਾਂ ਦਾ ਗੁਰੂ ਜੀ ਨੇ ਉਧਾਰ ਕੀਤਾ। ਇਹਨਾਂ ਸਿੱਖਾਂ ਤੋਂ ਗੁਰੂ ਜੀ ਦੀ ਮਹਿਮਾ ਸੁਣ ਕੇ ਇੱਕ ਮਹੇਸ਼ਾ ਨਾਮ ਦਾ ਸੁਲਤਾਨਪੁਰ ਦੇ ਰਹਿਣ ਵਾਲਾ ਬੜਾ ਮੰਨਿਆ ਪ੍ਰਮੰਨਿਆ ਧਨੀ ਪੁਰਸ਼ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਆਇਆ। ਗੁਰੂ ਜੀ ਨੂੰ ਮੱਥਾ ਟੇਕ ਕੇ ਸਨਮੁਖ ਬੈਠ ਗਿਆ ਅਤੇ ਬਾਰੰਬਾਰ ਪ੍ਰੇਮ ਨਾਲ ਨਮਸਕਾਰਾਂ ਕਰਨ ਲੱਗਾ। ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਪੁੱਛਿਆ, ਤੂੰ ਕਿਸ ਕੰਮ ਵਾਸਤੇ ਆਇਆ ਹੈ? ਤੇਰਾ ਨਗਰ ਕਿਹੜਾ ਹੈ? ਮਹੇਸ਼ੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਮੈਂ ਸੁਲਤਾਨਪੁਰ ਤੋਂ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦਾ ਸਿੱਖ ਬਣਨ ਆਇਆ ਹਾਂ। ਗੁਰੂ ਜੀ ਨੇ ਕਿਹਾ, ਜੇਕਰ ਤੂੰ ਸਾਡਾ ਸਿੱਖ ਬਣ ਜਾਏਗਾ ਤਾਂ ਤੇਰਾ ਸਾਰਾ ਧਨ ਚਲਿਆ ਜਾਏਗਾ ਅਤੇ ਤੂੰ ਕੰਗਾਲ ਹੋ ਕੇ ਬਹੁਤ ਪਛਤਾਏਗਾ। ਮਹੇਸ਼ੇ ਨੇ ਕਿਹਾ, ਸੱਚੇ ਪਾਤਸ਼ਾਹ, ਮੈਂ ਆਪਣਾ ਮਨ ਤਨ ਤੇ ਧਨ ਸਭ ਕੁਝ ਆਪ ਜੀ ਉੱਤੋਂ ਵਾਰ ਦਿੱਤਾ ਹੈ। ਜੇ ਮੇਰਾ ਸਭ ਕੁਝ ਚਲਿਆ ਜਾਏਗਾ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ। ਮੈਂ ਕੇਵਲ ਆਪ ਜੀ ਦਾ ਪ੍ਰੇਮ ਹੀ ਦ੍ਰਿੜ ਰੱਖਾਂਗਾ। ਮਹੇਸ਼ੇ ਦਾ ਦ੍ਰਿੜ ਨਿਸ਼ਚਾ ਵੇਖ ਕੇ ਗੁਰੂ ਜੀ ਨੇ ਉਸ ਦੇ ਮੱਥੇ ਤੇ ਹੱਥ ਰੱਖ ਕੇ ਸਤਨਾਮ ਦਾ ਉਪਦੇਸ਼ ਦਿੱਤਾ। ਉਪਦੇਸ਼ ਲੈ ਕੇ ਮਹੇਸ਼ਾ ਬੜਾ ਪ੍ਰਸੰਨ ਹੋ ਕੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਸ ਦਾ ਸਾਰਾ ਧਨ ਅਦਿਕ ਥੋੜ੍ਹੇ ਸਮੇਂ ਵਿੱਚ ਹੀ ਨਾਸ ਹੋ ਗਿਆ। ਭਾਵੇਂ ਉਹ ਬਹੁਤ ਗਰੀਬ ਹੋ ਗਿਆ, ਪਰ ਉਸਨੇ ਉਸ ਦੀ ਕੋਈ ਪਰਵਾਹ ਨਾ ਕੀਤੀ ਅਤੇ ਆਪਣੇ ਗੁਰੂ ਪ੍ਰੇਮ ਦੇ ਨਿਸ਼ਚੇ ਤੇ ਦ੍ਰਿੜ ਰਿਹਾ। ਕੁਝ ਸਮੇਂ ਉਪਰੰਤ ਭਾਈ ਮਹੇਸ਼ਾ ਜਦ ਫਿਰ ਗੁਰੂ ਜੀ ਪਾਸ ਦਰਸ਼ਨ ਕਰਨ ਆਇਆ ਤਾਂ ਗੁਰੂ ਜੀ ਨੇ ਇਹ ਅਨੁਭਵ ਕਰਕੇ ਕਿ ਇਸ ਨੇ ਕਸੌਟੀ ਦਾ ਪੂਰਾ ਤਾਸ ਹਾਰ ਲਿਆ ਹੈ ਅਤੇ ਇਸ ਦੇ ਨਿਸ਼ਚੇ ਵਿੱਚ ਕੋਈ ਫਰਕ ਨਹੀਂ ਪਿਆ, ਤਾਂ ਆਪ ਜੀ ਨੇ ਪ੍ਰਸੰਨ ਹੋ ਕੇ ਕਿਹਾ, ਭਾਈ ਮਹੇਸ਼ਾ, ਤੇਰਾ ਲੋਕ ਪਰਲੋਕ ਸਫਲਾ ਹੋ ਗਿਆ ਹੈ। ਤੈਨੂੰ ਧਨ ਦੀ ਕੋਈ ਕਮੀ ਥੁੜ ਨਹੀਂ ਰਹੇਗੀ। ਤੇਰਾ ਘਰ ਭਰ ਜਾਏਗਾ। ਇਹ ਵਰਦਾਨ ਲੈ ਕੇ ਮਹੇਸ਼ਾ ਆਪਣੇ ਘਰ ਆ ਗਿਆ ਅਤੇ ਥੋੜ੍ਹੇ ਦਿਨਾਂ ਵਿੱਚ ਹੀ ਧਨਾਟ ਹੋ ਗਿਆ। ਸਿੱਖੀ ਮਾਰਗ ਉੱਤੇ ਚੱਲ ਕੇ ਮਹੇਸ਼ਾ ਆਪ ਤਰਿਆ ਅਤੇ ਹੋਰ ਅਨੇਕਾਂ ਨੂੰ ਤਾਰਿਆ। ਉਸ ਪਛਾਤ ਗੋਇੰਦਵਾਲ ਇੱਕ ਮਾਈ ਦਾ ਲੜਕਾ ਤਈਏ ਤਾਪ ਨਾਲ ਮਰ ਗਿਆ। ਉਸ ਦਾ ਰੋਣਾ ਪਿੱਟਣਾ ਤੇ ਵਿਰਲਾਪ ਸੁਣ ਕੇ ਗੁਰੂ ਜੀ ਨੇ ਉਸ ਦਾ ਲੜਕਾ ਜਿੰਦਾ ਕਰ ਦਿੱਤਾ ਅਤੇ ਤਈਏ ਤਾਪ ਨੂੰ ਫੜ ਕੇ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ। ਪਿੰਜਰੇ ਵਿੱਚ ਹੀ ਉਸ ਨੂੰ ਛੋਲਿਆਂ ਦੀ ਇੱਕ ਲੂਣ ਵਾਲੀ ਰੋਟੀ ਅਤੇ ਪਿਆਲਾ ਪਾਣੀ ਪੀਣ ਨੂੰ ਦਿੰਦੇ ਸਨ। ਤਈਏ ਇਸ ਤਰ੍ਹਾਂ ਬਹੁਤ ਤੰਗ ਹੋਇਆ। ਇੱਕ ਦਿਨ ਭਾਈ ਲਾਲੋ ਡੱਲੇ ਪਿੰਡ ਵਾਲਾ ਜਦ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਤਈਏ ਨੇ ਉਸ ਅੱਗੇ ਬੇਨਤੀ ਕੀਤੀ ਕਿ ਮੈਨੂੰ ਇਸ ਕੈਦ ਤੋਂ ਛੁਡਾਓ। ਜਦ ਭਾਈ ਲਾਲੋ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਇਸ ਨੂੰ ਛੱਡ ਦਿਓ ਤਾਂ ਗੁਰੂ ਜੀ ਨੇ ਕਿਹਾ, ਇਹ ਲੋਕਾਂ ਦਾ ਲਹੂ ਪੀਂਦਾ ਹੈ ਅਤੇ ਬਹੁਤ ਤੰਗ ਕਰਦਾ ਹੈ, ਇਸ ਕਰਕੇ ਇਸ ਜ਼ਾਲਮ ਨੂੰ ਛੱਡਣ ਵਾਸਤੇ ਅਸੀਂ ਤਿਆਰ ਨਹੀਂ ਹਾਂ। ਭਾਈ ਲਾਲੋ ਨੇ ਕਿਹਾ, ਇਸ ਨੂੰ ਮੇਰੇ ਨਾਲ ਭੇਜ ਦਿਓ, ਮੈਂ ਇਸ ਨੂੰ ਕੋਈ ਐਸਾ ਕੰਮ ਨਹੀਂ ਕਰਨ ਦਿਆਂਗਾ। ਗੁਰੂ ਜੀ ਨੇ ਭਾਈ ਲਾਲੋ ਦੀ ਬੇਨਤੀ ਪ੍ਰਵਾਨ ਕਰਕੇ ਤਈਏ ਨੂੰ ਉਸ ਦੇ ਹਵਾਲੇ ਕਰ ਦਿੱਤਾ। ਜਦ ਭਾਈ ਲਾਲੋ ਉਸ ਨੂੰ ਲੈ ਕੇ ਆਪਣੇ ਘਰ ਡੱਲੇ ਪਿੰਡ ਨੂੰ ਮੁੜਿਆ ਤਾਂ ਰਸਤੇ ਵਿੱਚ ਤਈਏ ਨੇ ਆਖਿਆ, ਮੈਨੂੰ ਭੁੱਖ ਲੱਗੀ ਹੈ, ਥੋੜ੍ਹਾ ਚਿਰ ਛੁੱਟੀ ਦੇ ਦਿਓ। ਜਦ ਭਾਈ ਲਾਲੋ ਨੇ ਉਸ ਦੀ ਦੀਨ ਬੇਨਤੀ ਸੁਣ ਕੇ ਛੱਡ ਦਿੱਤਾ ਅਤੇ ਉਸ ਝੱਟ ਹੀ ਇੱਕ ਧੋਬੀ ਨੂੰ ਜੋ ਨਦੀ ਕਿਨਾਰੇ ਕੱਪੜੇ ਧੋ ਰਿਹਾ ਸੀ ਜਾ ਚੜਿਆ ਅਤੇ ਉਸ ਦਾ ਲਹੂ ਪੀਣ ਲੱਗ ਪਿਆ। ਧੋਬੀ ਵਿਚਾਰਾ ਬੇਸੁੱਧ ਹੋ ਕੇ ਹਾਏ ਹਾਏ ਕਰਦਾ ਧਰਤੀ 'ਤੇ ਲੇਟਣ ਲੱਗ ਪਿਆ। ਭਾਈ ਲਾਲੋ ਨੇ ਤਈਏ ਦੀ ਇਹ ਕਰਨੀ ਵੇਖ ਕੇ ਉਸ ਨੂੰ ਕਿਹਾ, ਚੱਲ ਮੈਂ ਤੈਨੂੰ ਗੁਰੂ ਜੀ ਪਾਸ ਹੀ ਵਾਪਸ ਛੱਡ ਆਉਂਦਾ ਹਾਂ। ਤੂੰ ਬੜਾ ਜ਼ਾਲਮ ਹੈ, ਸਾਨੂੰ ਵੀ ਦੁਖੀ ਕਰ ਦੇਵੇਂਗਾ। ਤਦ ਤਈਏ ਨੇ ਆਖਿਆ, ਮੇਰੀ ਇਹ ਭੁੱਲ ਮਾफ़ ਕਰ ਦਿਓ।
ਅੱਗੋਂ ਤੋਂ ਮੈਂ ਤੁਹਾਡੀ ਆਗਿਆ ਵਿੱਚ ਹੀ ਰਹਾਂਗਾ। ਜਦੋਂ ਕੋਈ ਤੁਹਾਡਾ ਨਾਮ ਲੈ ਕੇ ਮੇਰੀ ਇਹ ਕਥਾ ਸੁਣਾਏਗਾ ਤਾਂ ਮੈਂ ਉਸ ਨੂੰ ਛੱਡ ਜਾਵਾਂਗਾ। ਉਸ ਦਿਨ ਤੋਂ ਤਈਏ ਤਾਪ ਵਾਲੇ ਨੂੰ ਜਿਹੜਾ ਕੋਈ ਇਹ ਕਥਾ ਸੁਣਾ ਕੇ ਮਿੱਠਾ ਰੋਟ ਵੰਡਦਾ ਹੈ, ਤਈਏ ਉਸ ਨੂੰ ਛੱਡ ਜਾਂਦਾ ਹੈ। ਇੱਕ ਦਿਨ ਭਾਈ ਜੱਗਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਉਹ ਗੁਰੂ ਕੇ ਸਿੱਖਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਨੂੰ ਇੱਕ ਦਿਨ ਇੱਕ ਜੋਗੀ ਮਿਲਿਆ ਸੀ। ਮੈਂ ਉਸ ਨੂੰ ਜਦ ਆਪਣੀ ਕਲਿਆਣ ਦਾ ਸਾਧਨ ਪੁੱਛਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਘਰ-ਬਾਰ, ਇਸਤਰੀ, ਪੁੱਤਰ ਆਦਿਕ ਜੋ ਸਭ ਬੰਧਨ ਰੂਪ ਹਨ, ਇਹਨਾਂ ਨੂੰ ਤਿਆਗ ਕੇ ਫਿਰ ਮੇਰੇ ਪਾਸੋਂ ਉਪਦੇਸ਼ ਲੈਣਾ। ਪਰ ਉਸ ਦੇ ਦੱਸੇ ਅਨੁਸਾਰ ਮੈਂ ਕਿਸੇ ਚੀਜ਼ ਦਾ ਤਿਆਗ ਨਹੀਂ ਕਰ ਸਕਿਆ। ਹੁਣ ਆਪ ਕਿਰਪਾ ਕਰਕੇ ਦੱਸੋ ਕਿ ਮੈਨੂੰ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ। ਉਸ ਦੀ ਸ਼ਰਧਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ, ਜੇਕਰ ਘਰ-ਬਾਰ, ਇਸਤਰੀ, ਪੁੱਤਰ ਤਿਆਗਣ ਨਾਲ ਹੀ ਮੁਕਤੀ ਮਿਲ ਸਕਦੀ ਹੋਵੇ ਤਾਂ ਫਿਰ ਸ਼ਹਿਰਾਂ ਤੇ ਨਗਰਾਂ ਵਿੱਚ ਆਣ ਕੇ ਸਾਧੂ ਘਰ ਘਰ ਕਿਉਂ ਮੰਗਦੇ ਫਿਰਨ। ਗੁਰਮੁਖ ਗ੍ਰਸਤ ਵਿੱਚ ਹੀ ਭਗਤੀ ਸਿਮਰਨ ਕਰਕੇ ਆਪਣਾ ਜੀਵਨ ਕੱਟ ਕੇ ਮੁਕਤੀ ਪਾ ਲੈਂਦੇ ਹਨ। ਗ੍ਰਸਤ ਧਰਮ ਸਭ ਤੋਂ ਚੰਗਾ ਹੈ, ਕਿਉਂਕਿ ਆਪ ਕਮਾ ਕਰ ਖਾਂਦੇ ਹਨ ਅਤੇ ਸਾਧੂ ਸੰਤਾਂ ਨੂੰ ਅੰਨ ਬਸਤਰ ਦਿੰਦੇ ਹਨ। ਜੋ ਸਾਧੂ ਮੰਗ ਕੇ ਗ੍ਰਸਤੀਆਂ ਪਾਸੋਂ ਖਾਂਦਾ ਹੈ, ਉਹ ਆਪਣੀ ਜਪ ਤਪ ਦੀ ਕਮਾਈ ਵਿੱਚ ਘਾਟਾ ਪਾ ਲੈਂਦਾ ਹੈ ਅਤੇ ਅੰਨ ਬਸਤਰ ਆਦਿਕ ਦੀ ਸੇਵਾ ਕਰਨ ਵਾਲਾ ਗ੍ਰਸਤੀ ਉਸ ਦੀ ਕਮਾਈ ਵਿੱਚੋਂ ਹਿੱਸਾ ਲੈ ਲੈਂਦਾ ਹੈ। ਹੇ ਭਾਈ ਜੱਗਾ, ਸਰੀਰ ਨਾਲ ਸੰਤਾਂ ਦੀ ਸੇਵਾ ਅਤੇ ਮਨ ਨਾਲ ਹਰੀ ਦੀ ਭਗਤੀ ਕਰੋ। ਇਸ ਨਾਲ ਸ਼ੀਘਰ ਹੀ ਕਲਿਆਣ ਹੋ ਜਾਵੇਗਾ, ਕਲਿਆਣ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਜੀ ਦੇ ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰ ਕੇ ਭਾਈ ਜੱਗਾ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਲੱਗ ਕੇ ਵੱਡੇ ਭਾਗਾਂ ਵਾਲਾ ਹੋ ਗਿਆ। ਇੱਕ ਵਾਰ ਭਾਈ ਖਾਨੂ, ਭਾਈ ਮਈਆ ਅਤੇ ਭਾਈ ਗੋਬਿੰਦ ਤਿੰਨੇ ਜਣੇ ਮਿਲ ਕੇ ਗੁਰੂ ਜੀ ਪਾਸ ਹਾਜ਼ਰ ਹੋਏ। ਇਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਭਗਤੀ ਦਾ ਉਪਦੇਸ਼ ਕਰੋ ਜਿਸ ਨਾਲ ਸਾਡੀ ਕਲਿਆਣ ਹੋ ਜਾਵੇ। ਗੁਰੂ ਜੀ ਨੇ ਕਿਹਾ, ਭਾਈ, ਭਗਤੀ 3 ਪ੍ਰਕਾਰ ਦੀ ਹੈ, ਨਵਦਾ, ਪ੍ਰੇਮਾ ਤੇ ਪਰਾ। ਯਥਾ ਨਵਦਾ ਭਗਤੀ, ਗੁਰੂ ਜੀ ਦੇ ਬਚਨਾਂ ਨੂੰ ਸ਼ਰਧਾ ਨਾਲ ਸੁਣ ਕੇ ਹਿਰਦੇ ਵਿੱਚ ਵਸਾਉਣਾ, ਕਥਾ ਕੀਰਤਨ ਦੁਆਰਾ ਪ੍ਰਮਾਤਮਾ ਦੇ ਗੁਣ ਗਾਉਣੇ, ਸਤਨਾਮ ਦਾ ਸਿਮਰਨ ਸਵਾਸ ਸਵਾਸ ਕਰਨਾ, ਪ੍ਰਮਾਤਮਾ ਤਥਾ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨਾ, ਅਵਸਥਾ ਸੰਤਾਂ ਦੇ ਚਰਨ ਧੋ ਕੇ ਚਰਨ ਅੰਮ੍ਰਿਤ ਲੈਣਾ, ਪਵਿੱਤਰ ਭੋਜਨ ਕਰਨਾ ਅਤੇ ਗੁਰੂ ਨਮਿਤ ਦੇਣਾ, ਗੁਰੂ ਅਸਥਾਨ ਤੇ ਜਾ ਕੇ ਨਮਸਕਾਰ ਕਰਨੀ ਅਤੇ ਪ੍ਰਦਛਨਾ ਕਰਨੀ, ਧੂਪ ਦੀਪ ਤੇ ਫੁੱਲ ਮਾਲਾ ਚੜਾਉਣੀ, ਪਰਮੇਸ਼ਰ ਨੂੰ ਮਾਲਕ ਤੇ ਆਪ ਨੂੰ ਸੇਵਕ ਜਾਣਨਾ, ਆਪਣੇ ਮਨ ਨੂੰ ਅਡੋਲ ਰੱਖਣਾ, ਪ੍ਰਭੂ ਦੇ ਭਾਣੇ ਨੂੰ ਚੰਗਾ ਕਰਕੇ ਮੰਨਣਾ, ਪਦਾਰਥਾਂ ਦੀ ਮਮਤਾ ਛੱਡ ਦੇਣੀ ਤੇ ਸਭ ਕੁਝ ਪ੍ਰਭੂ ਦਾ ਜਾਣਨਾ। ਇਸ ਨੌਦਾ ਭਗਤੀ ਦਾ ਇੱਕ ਗੁਣ ਧਾਰਨ ਕਰ ਲੈਣ ਨਾਲ ਵੀ ਉਧਾਰ ਹੋ ਜਾਂਦਾ ਹੈ, ਪਰ ਜੇਕਰ ਇਹ ਸਾਰੇ ਗੁਣ ਧਾਰਨ ਕਰ ਲਏ ਜਾਣ ਤਾਂ ਨਿਰਸੰਸ਼ੇ ਹੀ ਕਲਿਆਣ ਹੋ ਜਾਂਦੀ ਹੈ। ਪ੍ਰੇਮਾ ਭਗਤੀ, ਜਿਸ ਤਰ੍ਹਾਂ ਬ੍ਰਿਛ ਦਾ ਫਲ ਪਹਿਲਾਂ ਸਾਵਾ ਹੁੰਦਾ ਹੈ, ਉਸ ਦਾ ਸਵਾਦ ਵੀ ਕੌੜਾ ਹੁੰਦਾ ਹੈ, ਫਿਰ ਇਹ ਫਲ ਖੱਟਾ ਹੋ ਜਾਂਦਾ ਹੈ, ਫਿਰ ਬ੍ਰਿਛ ਤੋਂ ਰਸ ਲੈ ਕੇ ਰਸ ਲਾਲ ਹੋ ਜਾਂਦਾ ਹੈ, ਮਿੱਠਾ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਪ੍ਰੇਮਾ ਭਗਤੀ ਵਾਲੇ ਪੁਰਸ਼ ਦਾ ਪਹਿਲਾਂ ਰੋਣ ਨੂੰ ਜੀ ਕਰਦਾ ਹੈ, ਉਸ ਨੂੰ ਆਪਣੇ ਪ੍ਰਭੂ ਪ੍ਰੀਤਮ ਦੇ ਦਰਸ਼ਨ ਦੀ ਖਿੱਚ ਪੈਂਦੀ ਹੈ। ਉਹ ਇਹ ਸਮਝ ਕੇ ਮ੍ਰਿਤ ਨਾਲੋਂ ਵਿਛੜ ਕੇ ਦੁੱਖ ਪਾ ਰਿਹਾ ਹੈ, ਪਛਤਾਉਂਦਾ ਹੈ ਤੇ ਲੰਮੇ ਸਾਹ ਲੈਂਦਾ ਹੈ। ਰੋਮ ਖੜੇ ਹੋ ਜਾਂਦੇ ਹਨ ਤੇ ਬਾਣੀ ਗਦਗਦ ਹੋ ਜਾਂਦੀ ਹੈ। ਕਈ ਪਰਮੇਸ਼ਰ ਦੇ ਗੁਣ ਗਾਉਂਦੇ ਹੈ ਤੇ ਕਦੀ ਚੁੱਪ ਧਾਰ ਲੈਂਦੇ ਹਨ। ਇਸ ਹਾਲਤ ਵਿੱਚ ਇਸ ਦੇ ਮੁਖ ਦਾ ਰੰਗ ਸਾਵਾ ਹੋ ਜਾਂਦਾ ਹੈ। ਜਿਉਂ-ਜਿਉਂ ਪ੍ਰੇਮ ਵੱਧਦਾ ਜਾਂਦਾ ਹੈ, ਤਿਉਂ-ਤਿਉਂ ਖਾਣਾ ਥੋੜ੍ਹਾ ਹੁੰਦਾ ਜਾਂਦਾ ਹੈ। ਰਾਤ ਦਿਨ ਪ੍ਰੇਮ ਵਿੱਚ ਮਸਤ ਰਹਿੰਦਾ ਹੈ। ਮੂੰਹ ਦਾ ਰੰਗ ਪੀਲਾ ਹੋ ਜਾਂਦਾ ਹੈ। ਜਦ ਸਤਸੰਗ ਵਧੇਰੇ ਹੋ ਜਾਂਦਾ ਹੈ ਤਾਂ ਪੂਰਨ ਪ੍ਰਭੂ ਨੂੰ ਸਭ ਵਿੱਚ ਵੇਖਦਾ ਹੈ। ਇਸ ਦਸ਼ਾ ਵਿੱਚ ਉਸ ਦੇ ਮੁਖ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਸ਼ਾਂਤੀ ਰੂਪ ਮਿਠਾਸ ਉਸ ਵਿੱਚ ਆ ਜਾਂਦੀ ਹੈ ਅਤੇ ਮਨ ਗਿਆਨਮਈ ਹੋ ਜਾਂਦਾ ਹੈ।
ਪਰਾ ਭਗਤੀ ਉੱਪਰਲੀ ਅਵਸਥਾ ਤੇ ਪੁੱਜ ਕੇ ਪਰਾ ਭਗਤੀ ਉਤਪੰਨ ਹੋ ਜਾਂਦੀ ਹੈ ਅਤੇ ਪੁਰਸ਼ ਸਤ ਚਿੱਤ ਆਨੰਦ ਬ੍ਰਹਮ ਸਰੂਪ ਹੋ ਜਾਂਦਾ ਹੈ। ਇਹੀ ਕਲਿਆਣ ਦਾ ਸਰੂਪ ਹੈ। ਇਹ 3 ਪ੍ਰਕਾਰ ਦੀ ਭਗਤੀ ਦੀ ਵਿਆਖਿਆ ਨੂੰ ਸੁਣ ਕੇ ਖਾਨੂ ਮਈਆ ਤੇ ਗੋਬਿੰਦ ਤਿੰਨੇ ਹੀ ਆਨੰਦ ਨੂੰ ਪ੍ਰਾਪਤ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ, ਕਥਾ ਸੁਣ ਕੇ ਆਨੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।